ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ CSE ਪੋਰਟਲ ਦੇ ਵਿੱਚ ਮਿਲਣ ਵਾਲੀ ਬਹੁਤ ਹੀ ਮਹੱਤਵਪੂਰਨ ਸਰਵਿਸ ਟੈਲੀ ਲਾ ਜਿਸ ਦੇ ਜ਼ਰੀਏ VLE ਬਹੁਤ ਵਧੀਆ ਕਮਾਈ ਕਰ ਸਕਦਾ ਹੈ ਐਂਡ ਪਿੰਡ ਦੇ ਲੋਕਾਂ ਨੂੰ ਬਹੁਤ ਹੀ ਵਧੀਆ ਸਹੂਲਤ ਮੁਹੱਈਆ ਕਰਵਾ ਸਕਦਾ ਹੈ। ਉਹ ਸਹੂਲਤ ਦਾ ਨਾਮ ਹੈ ਕਾਨੂੰਨੀ ਸਲਾਹ। VLE ਆਪਣੇ ਕਾਮਨ ਸਰਵਿਸ ਸੈਂਟਰ ਦੇ ਜ਼ਰੀਏ ਪਿੰਡ ਦੇ ਲੋਕਾਂ ਨੂੰ ਜਿਨ੍ਹਾਂ ਦੀ ਕੋਈ ਵੀ ਸਮੱਸਿਆ ਕੋਈ ਮੁੱਦਾ ਹੈ ਜਿਸ ਦੇ ਬਾਰੇ ਵਿੱਚ ਉਹ ਕਾਨੂੰਨੀ ਸਲਾਹ ਕਿਸੇ ਵਕੀਲ ਦੀ ਐਕਸਪਰਟ ਦੀ ਰਾਏ ਲੈਣਾ ਚਾਹੁੰਦੇ ਹੈ ਸਲਾਹ ਲੈਣਾ ਚਾਹੁੰਦੇ ਹੈ ਉਸ ਦਾ ਇੱਕ ਪੋਰਟਲ ਬਣਾਇਆ ਹੋਇਆ ਉਸ ਕੇਸ ਦੇ ਉੱਪਰ ਉਸ ਪਰਸਨ ਦੀ ਡਿਟੇਲ ਭਰ ਦਿੰਦੇ ਆ ਤਾਂ CSE ਵੱਲੋਂ ਚੁਣੀ ਹੋਈ ਵਕੀਲ ਆ ਜੋ ਉਹਨਾਂ ਨੂੰ ਕਾਨੂੰਨੀ ਸਲਾਹ ਵੀਡੀਓ ਕਾਲ ਜਾਂ ਫੋਨ ਕਾਲ ਦੇ ਜ਼ਰੀਏ ਮੁਹੱਈਆ ਕਰਵਾਉਂਦੇ ਆ। ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ VLE ਦੀ ਕਮਾਈ ਕੀ ਹੈ। VLE ਨੂੰ ਟੈਲੀ ਲਾ ਦੇ ਲਈ ਹਰ ਮੰਥ DigiPay ਦੇ ਵਿੱਚ 1500 ਰੁਪਏ ਆ ਜੋ ਆ ਜਾਂਦੇ ਆ ਤੇ ਜੋ ਵੀ ਕੇਸ VLE ਆਪਣੇ ਜਿੰਨੇ ਵੀ ਕਸਟਮਰ ਦਾ ਉਹ ਦਰਜ ਕਰਦਾ ਹੈ ਜਿਨ੍ਹਾਂ ਨੂੰ ਕਾਲ ਰਿਸੀਵ ਹੋ ਜਾਂਦੀ ਆ ਪ੍ਰਤੀ ਕੇਸ 30 ਰੁਪਏ ਜਿਹੜੇ ਉਹ 1500 ਦੇ ਵਿੱਚ ਪਲੱਸ ਹੋ ਕੇ ਜੋ ਮਿਲਦੇ ਹਨ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਟੈਲੀ ਲਾ ਦੇ ਜ਼ਰੀਏ ਤੁਸੀਂ ਅਗਰ ਮਹੀਨੇ ਦੇ ਵਿੱਚ 35-40 ਕੇਸ ਦਰਜ ਕਰ ਦਿੰਦੇ ਹੋ ਘੱਟ ਤੋਂ ਘੱਟ 10 ਕੇਸ ਵੀ ਦਰਜ ਕਰਦੇ ਹੋ ਤਾਂ ਵੀ ਤੁਸੀਂ 1800 ਤੋਂ ਲੈ ਕੇ 3000 ਰੁਪਈਆ ਜੋ ਆਰਾਮ ਨਾਲ ਕਮਾ ਸਕਦੇ ਆ ਬਿਨਾਂ ਕਿਸੇ ਝੰਜਟ ਦੇ। ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਕਾਨੂੰਨੀ ਸਲਾਹ ਲੈਣ ਲਈ ਸ਼ਹਿਰ ਜਾਣਾ ਪੈਂਦਾ ਹੈ ਜਿੱਥੇ ਕਿ ਵਕੀਲ ਬਹੁਤ ਜ਼ਿਆਦਾ ਚਾਰਜਸ ਕਰਦੇ ਆ। ਬਾਕੀ ਪਿੰਡ ਦੇ ਲੋਕਾਂ ਨੂੰ ਨੌਲੇਜ ਨਾ ਹੋਣ ਕਰਕੇ ਬਹੁਤ ਤਰੀਕੇ ਨਾਲ ਲੁੱਟਿਆ ਵੀ ਜਾਂਦਾ ਹੈ। ਉਹਨਾਂ ਨੂੰ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਕਿ ਉਹ ਕਿਸ ਤਰ੍ਹਾਂ ਕਿੱਥੋਂ ਸਲਾਹ ਲੈਣ ਤੇ ਕਿਹੜਾ ਸਟੈਪ ਪੁੱਟਣ ਤਾਂ ਕਿ ਜੋ ਉਹਦੀ ਸਮੱਸਿਆ ਦਾ ਹੱਲ ਹੋ ਸਕੇ। ਇਸ ਤਰ੍ਹਾਂ ਉਹ ਕਾਮਨ ਸਰਵਿਸ ਸੈਂਟਰ ਤੇ VLE ਉਹਨਾਂ ਦੀ ਮਦਦ ਕਰ ਸਕਦਾ ਹੈ। ਬਹੁਤ ਵਧੀਆ ਸਰਵਿਸ ਆ। ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਕਿਸ ਤਰ੍ਹਾਂ ਦੇ ਮੁੱਦੇ ਆ ਜੋ ਜਿਨ੍ਹਾਂ ਦੀ ਸਲਾਹ VLE ਆਪਣੇ ਕਾਮਨ ਸਰਵਿਸ ਸੈਂਟਰ ਦੇ ਜ਼ਰੀਏ ਮੁਹੱਈਆ ਕਰਵਾ ਸਕਦਾ ਹੈ। ਇੱਥੇ ਆਪਾਂ ਦੇਖਦੇ ਹਾਂ ਕਿ ਕਾਨੂੰਨੀ ਸਲਾਹ ਹੁਣ ਤੁਹਾਡੇ ਪਿੰਡ ਵਿੱਚ ਸਾਂਝੇ ਸੇਵਾ ਕੇਂਦਰਾਂ CSE ਰਾਹੀਂ ਉਪਲਬਧ ਹੈ। ਹੇਠ ਦਿੱਤੇ ਮਾਮਲਿਆਂ ਤੇ ਕਾਨੂੰਨੀ ਸਲਾਹ ਪ੍ਰਾਪਤ ਕੀਤੀ ਜਾ ਸਕਦੀ ਹੈ। ਦਾਜ, ਪਰਿਵਾਰਿਕ ਵਿਵਾਦ, ਤਲਾਕ, ਘਰੇਲੂ ਹਿੰਸਾ ਅਤੇ ਘਰ ਖਰਚ, ਨੌਕਰੀ ਤੇ ਮਹਿਲਾ ਨੂੰ ਜਿਨਸੀ ਰੂਪ ਵਿੱਚ ਪਰੇਸ਼ਾਨ ਕਰਨ, ਸ਼ਬਦਾਂ, ਕਾਰਵਾਈਆਂ, ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਨਾਲ ਕੀਤੇ ਗਏ ਇਸ਼ਾਰੇ, ਔਰਤਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ, ਜ਼ਮੀਨੀ ਵਿਵਾਦ, ਕਿਰਾਏਦਾਰੀ ਅਤੇ ਲੀਜ਼, ਜਾਇਦਾਦ ਅਤੇ ਵਿਰਾਸਤ ਅਧਿਕਾਰ, ਬਰਾਬਰ ਕੰਮ ਲਈ ਬਰਾਬਰ ਤਨਖਾਹ, ਘੱਟੋ ਘੱਟ ਮਜ਼ਦੂਰੀ, ਜਣੇਪਾ ਲਾਭ, ਗਰਭ ਦੀ ਮੈਡੀਕਲ ਸਮਾਪਤੀ, ਜਨਮ ਤੋਂ ਪਹਿਲਾਂ ਅਤੇ ਬਾਅਦ, ਗਲਤ ਉਪਯੋਗ ਦੀ ਰੋਕਥਾਮ, ਬਾਲ ਵਿਆਹ, ਬੱਚੇ ਦੀ ਜਿਨਸੀ ਅਪਰਾਧ ਤੋਂ ਸੁਰੱਖਿਆ, ਬਾਲ ਮਜ਼ਦੂਰੀ, ਬੰਧੂਆ ਮਜ਼ਦੂਰੀ, ਸਿੱਖਿਆ ਦਾ ਅਧਿਕਾਰ, FIR ਦਰਜ ਕਰਨੀ, ਗ੍ਰਿਫਤਾਰੀ, ਜ਼ਮਾਨਤ, ਅਨੁਸੂਚਿਤ ਜਾਤੀ ਅਤੇ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਜੋ ਜਨਜਾਤੀ ਦੇ ਖਿਲਾਫ ਜ਼ੁਲਮ ਹੁੰਦੇ ਆ ਜਾਂ ਕਿਸੇ ਨੂੰ ਅਪਸ਼ਬਦ ਬੋਲੇ ਜਾਂਦੇ ਆ ਜਾਂ ਕਿਸੇ ਦੀ ਕੋਈ ਪੇਮੈਂਟ ਸਟਕ ਹੋਈ ਆ ਜਾਂ ਕਿਸੇ ਦੀ ਗਾਰੰਟੀ ਸੀ ਕੰਪਨੀ ਦੀ ਕੋਈ ਫਰਿੱਜ ਖਰੀਦੀ ਆ ਉਹ ਖਰਾਬ ਹੋ ਗਈ ਕੰਪਨੀ ਵਾਪਸ ਨਹੀਂ ਲੈ ਰਹੀ। ਹੋਰ ਵੀ ਬਹੁਤ ਸਾਰੇ ਤਰ੍ਹਾਂ ਦੇ ਮੁੱਦੇ ਹੁੰਦੇ ਆ ਜਿਸ ਤਰ੍ਹਾਂ ਅਵਾਰਾ ਪਸ਼ੂਆਂ ਦਾ ਹੋ ਗਿਆ, ਕਿਸੇ ਦੇ ਬੱਚੇ ਦਾ ਐਕਸੀਡੈਂਟ ਹੋ ਗਿਆ ਅਵਾਰਾ ਪਸ਼ੂਆਂ ਦੇ ਨਾਲ ਜਾਂ ਕਿਸੇ ਦੀ ਫਸਲ ਖਰਾਬ ਕਰ ਚੁੱਕੇ ਆ। ਬਹੁਤ ਸਾਰੇ ਮੁੱਦਿਆਂ 'ਤੇ ਤੁਸੀਂ ਕੇਸ ਆ ਜਿਹੜਾ ਦਰਜ ਕਰ ਸਕਦੇ ਆ। ਜੋ ਵੀ ਤੁਹਾਡੇ ਗਾਹਕ ਆਉਂਦਾ ਹੈ ਕਾਮਨ ਸਰਵਿਸ ਸੈਂਟਰ 'ਤੇ ਜਿਸ ਦੀ ਸਮੱਸਿਆ ਉਸਦਾ ਤੁਸੀਂ ਮੋਬਾਈਲ ਨੰਬਰ ਬਕਾਇਦਾ ਪੋਰਟਲ ਦੇ ਵਿੱਚ ਅਪਡੇਟ ਕਰੋਗੇ। ਉਸ ਤੋਂ ਬਾਅਦ ਉਸ ਨੂੰ ਇੱਕ ਵਕੀਲ ਵੱਲੋਂ ਕਾਲ ਕੀਤੀ ਜਾਵੇਗੀ ਦਿੱਤੇ ਹੋਏ ਸਮੇਂ ਦੇ ਹਿਸਾਬ ਨਾਲ। ਉਸ ਸਮੇਂ ਉਹ ਕਾਲ ਜਿਹੜੀ ਅਟੈਂਡ ਕਰੂਗਾ ਅਤੇ ਆਪਣੀ ਸਮੱਸਿਆ ਦੱਸ ਕੇ ਉਸਦੀ ਸਲਾਹ ਲੈ ਸਕਦਾ। ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਪ੍ਰੈਕਟੀਕਲੀ ਇਸ ਨੂੰ ਕਿੱਦਾਂ ਤੁਸੀਂ ਕੇਸ ਨੂੰ ਦਰਜ ਕਰਨਾ ਐਂਡ ਕਿਸ ਤਰ੍ਹਾਂ ਤੁਸੀਂ ਬੈਨੀਫਿਟ ਦੇ ਸਕਦੇ ਹੋ ਆਪਣੇ ਕਸਟਮਰਸ ਨੂੰ। CSE ਪੋਰਟਲ ਤੁਸੀਂ ਲੌਗਇਨ ਕਰੋਗੇ, ਉੱਥੇ ਸਰਚ ਕਰੋਗੇ LAW, ਸਭ ਤੋਂ ਪਹਿਲਾ ਆਪਸ਼ਨ ਆ ਜਾਊਗਾ ਜੀ ਟੈਲੀ ਲਾ। ਜਦੋਂ ਤੁਸੀਂ ਕਲਿੱਕ ਕਰੋਗੇ ਜੋ ਟੈਲੀ ਲਾ ਦੀ ਓਫੀਸ਼ੀਅਲ ਵੈਬਸਾਈਟ ਹੈ ਜੋ ਖੁੱਲ੍ਹ ਜਾਊਗੀ। ਹੁਣ ਤੁਸੀਂ ਲੌਗਇਨ ਦਿਸ ਰਿਹਾ, ਲੌਗਇਨ 'ਤੇ ਕਲਿੱਕ ਕਰੋਗੇ। ਲੌਗਇਨ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਲੌਗਇਨ ਵਿਦ ਡਿਜੀਟਲ ਸੇਵਾ ਕਨੈਕਟ। ਤੁਸੀਂ ਡਿਜੀਟਲ ਸੇਵਾ ਜੋ ਆਪਣੀ CSE ID ਹੈ ਉਸ ਦੇ ਜ਼ਰੀਏ ਲੌਗਇਨ ਹੋ ਜਾਓਗੇ। ਆਪਣੀ CSE ID ਦੇ ਰਾਹੀਂ ਜਦੋਂ ਹੀ ਤੁਸੀਂ ਲੌਗਇਨ ਕਰੋਗੇ ਤਾਂ ਜੋ ਪੋਰਟਲ ਹੈ ਇਸ ਤਰ੍ਹਾਂ ਦਾ ਉਹ ਖੁੱਲ੍ਹ ਜਾਵੇਗਾ। ਤੁਸੀਂ ਇੱਥੇ ਦੇਖ ਸਕਦੇ ਹੋ ਪੋਰਟਲ ਦੇ ਉੱਪਰ ਜੋ ਇਸ VLE ਦੁਆਰਾ
ਜੋ PLV ਆ ਆਲਰੇਡੀ ਰਜਿਸਟਰ ਕੀਤਾ ਹੋਇਆ, ਯਾਨੀ ਕਿ VLE ਖੁਦ ਵੀ ਕੇਸ ਆਪਣੇ ਬਿਹਾਫ ਤੇ ਦਰਜ ਕਰ ਸਕਦਾ ਹੈ ਐਂਡ PLV ਪੈਰਾਲੀਗਲ ਵਲੰਟੀਅਰ ਜੋ ਪਿੰਡ ਦੇ ਵਿੱਚ ਉਹਨੇ ਚੁਣਿਆ ਹੋਇਆ ਉਸ ਦੇ ਜ਼ਰੀਏ ਵੀ ਜੋ ਕੇਸ ਆ ਦਰਜ ਕਰ ਸਕਦਾ ਹੈ। ਠੀਕ ਹੈ ਜੀ। ਜੇ ਤੁਸੀਂ ਨਵੀਂ ਆਈਡੀ ਹੈ ਤੁਹਾਡੀ CSE ਆਈਡੀ, ਤੁਸੀਂ ਇੱਥੇ PLV ਰਜਿਸਟ੍ਰੇਸ਼ਨ ਤੇ ਕਲਿੱਕ ਕਰਕੇ ਨਵਾਂ PLV ਵੀ ਰਜਿਸਟਰ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਤੇ ਕੇਸ ਕਿੱਦਾਂ ਦਰਜ ਕਰਨਾ। ਜੋ ਬੁੱਕ ਅਪਾਇੰਟਮੈਂਟ ਦੇ ਆਪਸ਼ਨ ਤੇ ਜਾਓਗੇ ਤੁਸੀਂ, ਬੁੱਕ ਅਪਾਇੰਟਮੈਂਟ, ਜਦੋਂ ਤੁਸੀਂ ਬੁੱਕ ਅਪਾਇੰਟਮੈਂਟ ਤੇ ਕਲਿੱਕ ਕਰੋਗੇ, ਅਗਰ ਤੁਸੀਂ ਪਹਿਲਾਂ ਦੇ ਕਸਟਮਰ ਜੋ ਤੁਹਾਡੇ ਆਲਰੇਡੀ ਰਜਿਸਟਰ ਹੈਗੇ ਜਿਨ੍ਹਾਂ ਦਾ ਤੁਸੀਂ ਕੇਸ ਦਰਜ ਕਰ ਚੁੱਕੇ ਹੋ, ਉਹ ਤੁਸੀਂ ਭਰੋਗੇ ਬੈਨੀਫੀਸ਼ੀਅਰੀ ਮੋਬਾਈਲ ਨੰਬਰ ਐਂਡ ਫਾਈਂਡ, ਉਹਨਾਂ ਦੀ ਡਿਟੇਲ ਤੁਹਾਡੇ ਸਾਹਮਣੇ ਆ ਜੂਗੀ। ਬਟ ਜੇ ਕੋਈ ਨਵਾਂ ਗਾਹਕ ਤੁਸੀਂ ਆ ਰਿਹਾ ਤੁਹਾਡੇ ਸ਼ੌਪ ਤੇ ਅਗਰ ਤੁਸੀਂ ਪਹਿਲੀ ਵਾਰ ਉਹ ਆਇਆ ਹੋਇਆ ਆਪਣਾ ਕੇਸ ਲੈ ਕੇ, ਉਸ ਦਾ ਪਹਿਲਾਂ ਕੋਈ ਵੀ ਰਿਕਾਰਡ ਸਿਸਟਮ 'ਚ ਨਹੀਂ ਹੈਗਾ, ਫਿਰ ਤੁਸੀਂ ਐਡ ਬੈਨੀਫੀਸ਼ੀਅਰੀ ਤੇ ਕਲਿੱਕ ਕਰੋਗੇ। ਆਈ ਐਗਰੀ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਇੱਥੇ ਸਿਟੀਜ਼ਨ ਦਾ ਨਾਮ ਫਿਲ ਕਰਾਂਗੇ। ਮੋਬਾਈਲ ਨੰਬਰ ਐਂਡ ਸੈਂਡ OTP। ਧਿਆਨ ਰਹੇ ਜੋ ਵੀ ਗਾਹਕ ਦਾ ਤੁਸੀਂ ਕੋਈ ਇਸ਼ੂ ਜਾਂ ਕਿਸੇ ਕੇਸ ਦੇ ਬਾਬਤ ਟੈਲੀਲਾ ਦੇ ਪੋਰਟਲ ਤੇ ਰਜਿਸਟ੍ਰੇਸ਼ਨ ਕਰ ਰਹੇ ਹੋ ਤਾਂ ਉਸਦੇ ਮੋਬਾਈਲ ਨੰਬਰ ਨੂੰ ਵੈਰੀਫਾਈ ਕਰਨ ਦੇ ਲਈ ਇੱਕ OTP ਵੀ ਸੈਂਡ ਕੀਤਾ ਜਾਵੇਗਾ। OTP ਤੁਸੀਂ ਇਸ ਕਾਲਮ ਦੇ ਵਿੱਚ ਭਰੋਗੇ, ਫਿਰ ਤੁਸੀਂ ਵੈਰੀਫਾਈ ਤੇ ਕਲਿੱਕ ਕਰ ਦੋਗੇ। ਜਦੋਂ OTP ਸਕਸੈਸਫੁਲੀ ਵੈਰੀਫਾਈਡ ਹੋ ਜਾਂਦਾ, ਫਿਰ ਤੁਸੀਂ ਜੋ ਗਾਹਕ ਹੈ ਉਸ ਦੀ ਕੈਟਾਗਰੀ ਜੋ ਫਿਲ ਕਰੋਗੇ। ਅਗਰ ਜਰਨਲ 'ਚ ਹੈ ਗਾਹਕ ਤਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਲਿਖਿਆ ਹੋਇਆ ਕਿ ਉਹਨਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਧਾਰਾ 12 ਦੇ ਅਧੀਨ ਜੋ ਕੇਸ ਦਰਜ ਹੁੰਦਾ, ਕਿਸੇ ਵੀ ਹੋਰ ਵਰਗ ਨੂੰ ਪ੍ਰਤੀ ਸਲਾਹ 30 ਰੁਪਏ ਦੇਣ ਦੀ ਜ਼ਰੂਰਤ ਹੈ। ਇਸ ਵਰਗ ਤੋਂ ਬਿਨਾਂ ਕੋਈ ਵੀ ਹੋਰ ਵਰਗ, ਔਰਤਾਂ, ਬੱਚੇ 18 ਸਾਲ ਤੋਂ ਘੱਟ, ਅਨੁਸੂਚਿਤ ਜਾਤੀ, SC ST, ਤਸਕਰੀ ਦੇ ਸ਼ਿਕਾਰ, ਗਰੀਬੀ ਰੇਖਾ ਦੇ ਹੇਠਾਂ ਰਹਿਣ ਵਾਲੇ ਲੋਕ, ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰ, ਕੁਦਰਤੀ ਆਫਤਾਂ ਦੇ ਸ਼ਿਕਾਰ, ਮਾਨਸਿਕ ਰੂਪ ਵਿੱਚ ਬਿਮਾਰ ਅਤੇ ਵਿਕਲਾਂਗ, ਮੁਕੱਦਮੇ ਦੇ ਤਹਿਤ ਅਤੇ ਹਿਰਾਸਤ ਵਿੱਚ ਹੈ, ਇਹਨਾਂ ਲੋਕਾਂ ਨੂੰ ਕਾਨੂੰਨੀ ਸਲਾਹ ਜਿਹੜੀ ਮੁਫਤ ਵਿੱਚ ਦਿੱਤੀ ਜਾਵੇਗੀ। ਪਰ ਜੇਕਰ ਕੋਈ ਅਦਰ ਕੈਟਾਗਰੀ ਵਰਗ ਨਾਲ ਸੰਬੰਧਿਤ ਹੈ ਉਸ ਨੂੰ ਪ੍ਰਤੀ ਸਲਾਹ ਕੋਲੋਂ 30 ਰੁਪਏ ਦੇਣੇ ਪੈਣਗੇ। ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਜ਼ਿਆਦਾਤਰ ਜੋ ਕਾਮਨ ਸਰਵਿਸ ਸੈਂਟਰ 'ਤੇ ਸਲਾਹ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ, ਕਿਉਂਕਿ ਅੱਜ ਦੇ ਸਮੇਂ ਜੋ ਨੈਸ਼ਨਲ ਡਿਜ਼ਾਸਟਰ ਯਾਨੀ ਕਿ ਕਰੋਨਾ ਦੀ ਆਫਤ ਆ ਜੋ ਚੱਲ ਰਹੀ ਹੈ। ਠੀਕ ਹੈ ਜੀ। ਜਾਂ ਤੁਸੀਂ ਇੱਥੋਂ ਕੋਈ ਵੀ ਕੈਟਾਗਰੀ ਜੋ ਸਿਲੈਕਟ ਕਰ ਸਕਦੇ ਹੋ ਵੀ ਅਗਰ ਵੋਮੈਨ ਹੈ, ਠੀਕ ਹੈ, ਚਿਲਡਰਨ 18 ਸਾਲ ਤੋਂ ਘੱਟ ਹੈ, ST ST ਕੈਟਾਗਰੀ ਹੈ, ਠੀਕ ਹੈ। ਇਸ ਤਰ੍ਹਾਂ ਦੀ ਕੈਟਾਗਰੀ ਦੇ ਸਾਰੀਆਂ ਕੈਟਾਗਰੀ ਬਿਲਕੁਲ ਫ੍ਰੀ ਕੇਸ ਆ ਜਿਹੜਾ ਦਰਜ ਕਰੋਗੇ ਤੁਸੀਂ। ਇਸ ਦੇ VLE ਨੂੰ ਟੈਲੀਲਾ ਵੱਲੋਂ ਪ੍ਰਤੀ ਕੇਸ 30 ਰੁਪਏ ਜ਼ਰੂਰ ਪ੍ਰਾਪਤ ਹੋਣਗੇ, ਪਰ ਤੁਸੀਂ ਜੋ ਗਾਹਕ ਆ ਉਸ ਤੋਂ ਨਹੀਂ ਚਾਰਜ ਕਰਨੀ। ਅਗਰ ਕੋਈ ਵੀ ਪਰਸਨ ਇਸ ਕੈਟਾਗਰੀ ਤੋਂ ਬਾਹਰ ਹੈ ਫਿਰ ਉਸ ਨੂੰ ਕੋਲੋਂ 30 ਰੁਪਏ ਜੋ ਪੇ ਕਰਨੇ ਪੈਣਗੇ। ਹੁਣ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੈਸ਼ਨਲ ਡਿਜ਼ਾਸਟਰ ਵਾਲੀ ਜੋ ਆਪਸ਼ਨ ਆ ਸਿਲੈਕਟ ਕਰ ਸਕਦੇ ਹਾਂ। ਇਸ ਤੋਂ ਬਾਅਦ ਪਰਸਨ ਦੀ ਡੇਟ ਆਫ ਬਰਥ, ਡੇਟ ਆਫ ਬਰਥ ਤੋਂ ਭਰਨ ਤੋਂ ਬਾਅਦ ਕੋਈ ਵੀ ਆਇਡੈਂਟੀ ਪ੍ਰੂਫ ਜੋ ਚੂਜ਼ ਕਰਨਾ ਆਪਾਂ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਕਾਰਡ, ਪੈਨ ਕਾਰਡ, ਪਾਸਪੋਰਟ, ਕੋਈ ਵੀ ਆਇਡੈਂਟੀ ਆਪਾਂ ਕਸਟਮਰ ਦੀ ਅਪਲੋਡ ਕਰ ਸਕਦੇ ਹਾਂ। ਤਾਂ ਆਪਾਂ ਜਦੋਂ ਹੀ ਕਸਟਮਰ ਦਾ ਆਧਾਰ ਕਾਰਡ ਜਾਂ ਕੋਈ ਵੀ ਆਇਡੈਂਟੀ ਪ੍ਰੂਫ ਜੋ ਅਪਲੋਡ ਕਰ ਦਿੰਦੇ ਹਾਂ, ਉਸ ਤੋਂ ਬਾਅਦ PLV ਸਿਲੈਕਟ ਕਰਾਂਗੇ। ਸੰਦੀਪ ਸਿੰਘ ਜੋ ਇਹਨਾਂ ਦਾ PLV ਰਜਿਸਟਰ ਕੀਤਾ ਹੋਇਆ, ਜਾਂ ਡਾਇਰੈਕਟ ਥਰੂ VLE ਵੀ ਕਿਸ ਦੁਆਰਾ ਜੋ ਰਜਿਸਟਰ ਕੀਤਾ ਜਾ ਰਿਹਾ, ਤੁਸੀਂ ਡਾਇਰੈਕਟ ਥਰੂ VLE ਵੀ ਕਰ ਸਕਦੇ ਹੋ। ਇਸ ਤਰ੍ਹਾਂ ਵੀ ਕੋਈ ਤੁਹਾਨੂੰ ਲੋਸ ਨਹੀਂ ਹੋਵੇਗਾ। ਜੋ ਤੁਹਾਡੇ 1500 ਰੁਪਏ ਜੋ ਚਾਰਜਸ ਆ ਉਹ ਤੁਹਾਡੇ DigiPay ਦੇ ਵਿੱਚ ਆ ਜਾਣਗੇ। ਅਗਰ ਤੁਸੀਂ PLV ਦੇ ਥਰੂ ਕਰਦੇ ਹੋ ਫਿਰ ਵੀ 1500 ਰੁਪਏ ਤੁਹਾਡੇ ਜੋ DigiPay ਦੇ ਵਿੱਚ ਆ ਜਾਣਗੇ, ਜੋ ਕਿ ਤੁਸੀਂ PLV ਨੂੰ ਪੇ ਕਰਨੇ ਹੋਣਗੇ।
ठीक है जी, सेव एंड प्रोसीड। ਹੁਣ ਤੁਸੀਂ ਦੇਖ ਸਕਦੇ ਹੋ ਬੈਨੀਫਿਸ਼ਰੀ ਐਡਡ ਸਕਸੈਸਫੁਲੀ, ਪਲੀਜ਼ ਗੋ ਟੂ ਬੁੱਕ ਅਪੁਆਇੰਟਮੈਂਟ। ਠੀਕ ਹੈ ਜੀ, ਤੁਸੀਂ ਹੁਣ ਬੁੱਕ ਅਪੁਆਇੰਟਮੈਂਟ 'ਤੇ ਜੋ ਕਲਿੱਕ ਕਰੋਗੇ, ਹੁਣ ਤੁਸੀਂ ਦੇਖ ਸਕਦੇ ਹੋ ਕਿ ਕਸਟਮਰ ਦਾ ਨਾਮ, ਡੇਟ ਆਫ ਬਰਥ, ਮੋਬਾਈਲ ਨੰਬਰ ਹੋ ਜਾਊਗਾ। ਅਪੁਆਇੰਟਮੈਂਟ ਟਾਈਪ ਨਿਊ, ਕੇਸ ਡਿਸਕ੍ਰਿਪਸ਼ਨ ਵੀ ਉਸ ਦਾ ਸਮੱਸਿਆ ਕੀ ਹੈ, ਕਿ ਕਿਸ ਸਮੱਸਿਆ ਦਾ ਉਸ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਸ ਦੀ ਉਹ ਕਾਨੂੰਨੀ ਸਲਾਹ ਲੈਣਾ ਚਾਹੁੰਦਾ ਹੈ। ਇੱਥੇ ਤੁਸੀਂ ਉਸ ਦੀ ਕੇਸ ਦੇ ਬਾਰੇ ਲਿਖ ਸਕਦੇ ਹੋ। ਟੂ ਗਿਵ ਮੈਡੀਕਲ ਐਕਸਪੈਂਸਿਸ, ਜਿੱਦਾਂ ਕਿ ਕੋਈ ਪਰਸਨ ਆਪਣੀ ਜੌਬ ਕਰ ਰਿਹਾ ਪਰ ਉਸ ਦੀ ਕੰਪਨੀ ਵੱਲੋਂ ਉਸ ਨੂੰ ਕੋਈ ਮੈਡੀਕਲ ਦਾ ਇੰਸ਼ੋਰੈਂਸ ਕੁਝ ਦਿੱਤਾ ਜਾਂਦਾ, ਬਟ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਕਲੇਮ ਨਹੀਂ ਮਿਲ ਰਿਹਾ, ਜਾਂ ਉਹ ਇਸ ਤਰ੍ਹਾਂ ਦੀ ਕਲੇਮ ਦੀ ਸਲਾਹ ਵੀ ਲੈ ਸਕਦਾ ਹੈ ਵਕੀਲ ਤੋਂ। ਜਾਂ ਆਪਾਂ ਕਹਿ ਸਕਦੇ ਹਾਂ ਲੋਕਲ ਪੰਚਾਇਤ ਇਜ਼ ਨਾਟ ਡੂਇੰਗ ਐਨੀ ਡਿਵੈਲਪਮੈਂਟ। ਇਸ ਤਰ੍ਹਾਂ ਦੀ ਵੀ ਕੋਈ ਆਪਣੀ ਸਮਾਜਿਕ ਸਮੱਸਿਆ ਹੈ ਜਿਸ ਦਾ ਤੁਹਾਨੂੰ ਵੀ ਪ੍ਰੋਬਲਮ ਆਉਂਦੀ ਹੈ ਅਤੇ ਤੁਹਾਡੇ ਪਿੰਡ ਵਾਸੀਆਂ ਨੂੰ ਵੀ ਪ੍ਰੋਬਲਮ ਆਉਂਦੀ ਹੈ, ਇੱਦਾਂ ਦਾ ਵੀ ਤੁਸੀਂ ਜੋ ਕੇਸ ਆ ਉਹ ਦਰਜ ਕਰ ਸਕਦੇ ਹੋ, ਸਲਾਹ ਲੈ ਸਕਦੇ ਹੋ ਕਿ ਇਸ ਸ਼ਿਕਾਇਤ ਦੇ ਸੰਬੰਧੀ ਤੁਹਾਨੂੰ ਪਹਿਲਾ ਸਟੈਪ ਕੀ ਚੱਕਣਾ ਚਾਹੀਦਾ ਤੇ ਕਿਸ ਤਰ੍ਹਾਂ ਤੁਸੀਂ ਇਸ ਸਮੱਸਿਆ ਤੋਂ ਨਿਜਾਤ ਪਾ ਸਕਦੇ ਹੋ। ਠੀਕ ਹੈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜੋ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਲੱਗਦਾ ਵੀ ਕਿ ਇਸ ਸਮੱਸਿਆ ਲਈ ਇੱਕ ਕਾਨੂੰਨੀ ਸਲਾਹ ਦੀ ਜ਼ਰੂਰਤ ਆ, ਇੱਕ ਪੂਰੇ ਵੇ ਦੀ ਤਰੀਕੇ ਦੀ ਜ਼ਰੂਰਤ ਹੈ ਜਿਸ ਦੀ ਆਪਾਂ ਨੂੰ ਸਲਾਹ ਲੈ ਕੇ ਹੀ ਕਾਰਵਾਈ ਕਰਨੀ ਚਾਹੀਦੀ ਹੈ, ਕਿਹੜੇ ਪੇਪਰ ਚਾਹੀਦੇ ਆ, ਉਹ ਸਮੱਸਿਆ ਤੁਸੀਂ ਇਸ ਕੇਸ ਡਿਸਕ੍ਰਿਪਸ਼ਨ ਬਾਕਸ ਆ ਜਿਹੜਾ ਇਹਦੇ ਵਿੱਚ ਲਿਖ ਦਵਾਂਗੇ। ਇੱਥੇ ਤੁਸੀਂ ਅਪੁਆਇੰਟਮੈਂਟ ਨਾਰਮਲ ਐਂਡ ਇੰਸਟੈਂਟ, ਨਾਰਮਲ ਦੇ ਵਿੱਚ ਤੁਹਾਨੂੰ ਟਾਈਮ ਚੁਣਨਾ ਪਵੇਗਾ ਕਿਸ ਟਾਈਮ ਤੁਹਾਨੂੰ ਕਾਲ ਆਵੇ, ਇੰਸਟੈਂਟ ਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਜੋ ਕਾਲ ਆ ਜੂਗੀ। ਇੱਥੇ ਜੋ ਵੀ ਲਾਇਰ ਹੈ CSE ਵੱਲੋਂ ਜੋ ਰਜਿਸਟਰ ਹੈ ਕੰਮ ਕਰ ਰਹੇ ਆ ਉਹਨਾਂ ਵੱਲੋਂ ਜੋ ਤੁਹਾਨੂੰ ਇੱਕ ਤਰ੍ਹਾਂ ਦੀ ਜਿਹੜੀ ਕਾਲ ਆਊਗੀ ਉਹ ਆਪਣੀ ਸਮੱਸਿਆ ਦੱਸ ਕੇ ਪਰਸਨ ਉਸਦੀ ਜਾਣਕਾਰੀ ਹਾਸਲ ਕਰ ਸਕਦਾ। ਇੱਥੇ VLE ਵੱਲੋਂ ਕੋਈ ਵੀ ਰਿਮਾਰਕਸ ਅਗਰ ਲਿਖਣੀ ਚਾਹੁੰਦਾ ਉਹ ਲਿਖ ਸਕਦਾ। ਉਸ ਤੋਂ ਬਾਅਦ ਤੁਸੀਂ ਸਬਮਿਟ ਤੇ ਕਲਿੱਕ ਕਰੋਗੇ। ਇਹ ਤੁਸੀਂ ਦੇਖੋਗੇ ਸਕਸੈਸਫੁਲੀ ਯੂਅਰ ਕੇਸ ਨੰਬਰ ਇਜ਼, ਮੰਨ ਲਓ ਕਸਟਮਰ ਦਾ ਜੋ ਕੇਸ ਆ ਉਹ ਰਜਿਸਟਰ ਹੋ ਚੁੱਕਿਆ ਐਂਡ ਉਸਦਾ ਇਹ ਕੇਸ ਨੰਬਰ ਹੈ, ਉਹਨਾਂ ਦਾ ਨਾਮ ਤੇ ਉਹਨਾਂ ਦਾ ਇਸ਼ੂ ਕੀ ਹੈ। ਲੋਕਲ ਪੰਚਾਇਤ ਇਜ਼ ਨਾਟ ਡੂਇੰਗ ਐਨੀ ਡਿਵੈਲਪਮੈਂਟ, ਵੀ ਉਹ ਆਪਣੀ ਸਮੱਸਿਆ ਜੋ ਦੱਸ ਸਕਦਾ ਵੀ ਇਹ ਸਮੱਸਿਆ ਸਾਨੂੰ ਲੋਕਲ ਲੈਵਲ ਤੇ ਜਾਂ ਉਸਦੀ ਪਰਸਨਲ ਇਸ਼ੂ ਹੈ, ਕੋਈ ਮੁਸ਼ਕਲ ਹੈ, ਜਾਂ ਕੋਈ ਪਿੰਡ ਲੈਵਲ ਤੇ ਇਸ਼ੂ ਹੈ, ਕੰਪਨੀ ਵੱਲੋਂ ਇਸ਼ੂ ਹੈ, ਜੋਬ ਵੱਲੋਂ ਇਸ਼ੂ ਹੈ, ਕੋਈ ਸਰਕਾਰੀ ਕੰਮ ਦੇ ਵਿੱਚ ਹੈ, ਜੋ ਪ੍ਰਾਈਵੇਟ ਕੋਈ ਪਰਸਨ ਜਾਂ ਡਿਪਾਰਟਮੈਂਟ ਉਸ ਨੂੰ ਮੈਂਟਲੀ ਤੌਰ ਤੇ, ਫਿਜ਼ੀਕਲੀ ਜਾਂ ਫਾਈਨੈਂਸ਼ੀਅਲੀ ਹਰਾਸ ਕਰ ਰਿਹਾ ਹੈ, ਉਸ ਨੂੰ ਅਪਸੈਟ ਕਰ ਰਿਹਾ ਹੈ, ਤਾਂ ਉਸ ਦੀ ਆਪਣੀ ਸਮੱਸਿਆ ਜਿਹੜੀ ਇਸ ਪੋਰਟਲ ਦੇ ਜ਼ਰੀਏ ਦੱਸ ਸਕਦਾ ਹੈ। ਤਾਂ ਉਸ ਨੂੰ ਇਸ ਰਜਿਸਟ੍ਰੇਸ਼ਨ ਤੋਂ ਬਾਅਦ VLE ਗਾਈਡ ਕਰੇਗਾ ਆਪਣੇ ਗਾਹਕ ਨੂੰ ਕਿ ਉਸ ਨੂੰ ਇੱਕ ਕਾਲ ਆਵੇਗੀ ਵਕੀਲ ਵੱਲੋਂ, ਜੋ ਵੀ ਸਮੱਸਿਆ ਉਸ ਨੇ ਤੁਹਾਨੂੰ ਲਿਖਾਈ ਹੋਈ ਹੈ ਉਸ ਸਮੱਸਿਆ ਤੋਂ ਉਹ ਜਾਣੂ ਹੋਵੇ, ਉਸ ਨੂੰ ਪਤਾ ਹੋਵੇ ਵੀ ਇਸ ਟਾਈਮ 'ਤੇ ਉਸ ਨੂੰ ਕਾਲ ਆਉਣੀ ਹੈ, ਤਾਂ ਉਹ ਪ੍ਰੋਪਰ ਆਪਣੇ ਵਕੀਲ ਦੀ ਸਲਾਹ ਲਵੇ ਕਿ ਪਹਿਲਾ ਸਟੈਪ ਜਾਂ ਮੈਂ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਸ ਦਾ ਪਹਿਲਾ ਹੱਲ ਕੀ ਹੈ, ਮੈਂ ਕਿਸ ਡਿਪਾਰਟਮੈਂਟ 'ਚ ਜਾਵਾਂ, ਕਿਹੜਾ ਪੇਪਰ ਲੈ ਕੇ ਜਾਵਾਂ। ਇਹ ਪੂਰੀ ਕਾਨੂੰਨੀ ਸਲਾਹ ਜੋ ਐਕਸਪਰਟ ਵਕੀਲ ਆ ਉਹਨਾਂ ਵੱਲੋਂ ਦਿੱਤੀ ਜਾਵੇਗੀ। ਠੀਕ ਹੈ ਜੀ, ਤੇ ਇਸ ਤਰ੍ਹਾਂ ਜੋ ਟੈਲੀ ਲਾ ਸਰਵਿਸ ਹੈ ਇਸ ਦੇ ਵਿੱਚ VLE ਬਹੁਤ ਵਧੀਆ ਕਮਾਈ ਵੀ ਕਰ ਸਕਦਾ ਐਂਡ ਪਿੰਡ ਲੈਵਲ 'ਤੇ ਤੁਸੀਂ ਇੱਕ ਸਮਾਜ ਸੇਵਾ ਦਾ ਕੰਮ ਵੀ ਕਰ ਰਹੇ ਹੋ, ਕਿਉਂਕਿ ਤੁਸੀਂ ਪਿੰਡ ਦੇ ਲੋਕਾਂ ਨੂੰ ਬਿਲਕੁਲ ਫ੍ਰੀ ਦੇ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਆ ਜਿਹੜਾ ਇੱਕ ਵਕੀਲ ਦੇ ਦੁਆਰਾ ਸਲਾਹ ਦੇ ਕੇ ਕਰਵਾ ਰਹੇ ਹੋ। ਇਸ ਤਰ੍ਹਾਂ ਤੁਸੀਂ ਇੱਕ ਪਿੰਡ ਲੈਵਲ 'ਤੇ ਸਮਾਜ ਸੇਵਾ ਦਾ ਕੰਮ ਵੀ ਅਦਾ ਕਰਦੇ ਹੋ, ਦੂਸਰਾ ਤੁਸੀਂ ਆਪਣੀ ਕਮਾਈ ਵੀ ਕਰਦੇ ਹੋ। ਠੀਕ ਹੈ ਜੀ, ਇਸ ਤਰ੍ਹਾਂ ਤੁਸੀਂ ਟੈਲੀ ਲਾ ਜੋ ਸਰਵਿਸ ਇੱਕ ਰੈਗੂਲਰ ਇਨਕਮ, ਮੰਥਲੀ ਰੈਗੂਲਰ ਇਨਕਮ ਆ ਜਿਹੜੀ ਤੁਹਾਨੂੰ ਉਹ ਟੈਲੀ ਲਾ ਦੇ ਜ਼ਰੀਏ ਪ੍ਰਾਪਤ ਹੋ ਸਕਦੀ ਹੈ। 1500 ਰੁਪਏ ਜੋ ਤੁਹਾਡੇ ਫਿਕਸ ਆ ਆਉਣੀ ਹੀ ਆਉਣੀ ਹੈ, ਬਾਕੀ ਤੁਹਾਨੂੰ ਪ੍ਰਤੀ ਕੇਸ 30 ਰੁਪਏ ਤੁਸੀਂ ਜਿੰਨੇ ਕੇਸ ਦਰਜ ਕਰੋਗੇ ਉਸਦੇ ਆਉਣਗੇ। ਫਸਟ ਥਿੰਗ ਇਹਦੇ ਵਿੱਚ ਬਹੁਤ ਹੀ ਧਿਆਨ ਦੇਣ ਯੋਗ ਗੱਲ ਹੈ, ਕੋਈ ਵੀ ਕੇਸ ਦਰਜ ਕਰਦੇ ਹੋ ਵਕੀਲ ਕਾਲ ਕਰਦਾ ਹੈ ਕਸਟਮਰ ਨੂੰ, ਗਾਹਕ ਨੂੰ ਵੀ ਤੁਹਾਡੀ ਸਮੱਸਿਆ ਕੀ ਹੈ, ਉਸ ਨੂੰ ਸਮੱਸਿਆ ਤੋਂ ਪੂਰਾ ਜਾਣੂ ਹੋਵੇ, ਉਸ ਦਾ ਨੰਬਰ ਵਰਕਿੰਗ ਹੋਵੇ, ਉਸ ਦੀ ਕਾਲ ਲੱਗੇ, ਉਸ ਦੀ ਸਮੱਸਿਆ ਤੋਂ ਜਾਣੂ ਹੋਵੇ ਜਿਸ ਦਾ ਉਹ ਹੱਲ ਚਾਹੁੰਦਾ ਹੈ, ਪੂਰੀ ਸਲਾਹ ਲੈ ਕੇ ਅਗਰ ਕਾਲ
ਪੂਰੀ ਕੰਪਲੀਟ ਹੋ ਜਾਂਦੀ ਹੈ ਤਾਂ ਤੁਹਾਡਾ ਜਿਹੜਾ ਕੇਸ ਆ ਸਹੀ ਮੰਨਿਆ ਜਾਊਗਾ। ਅਗਰ ਤੁਸੀਂ ਕੋਈ ਫੇਕ ਜਾਂ ਕੋਈ ਅਨਲੀਗਲ ਇੱਦਾਂ ਦੀ ਐਕਟੀਵਿਟੀ ਕਰਦੇ ਹੋ ਆਪਣੇ ਹੀ ਕਿਸੇ ਨੰਬਰਾਂ 'ਤੇ, ਜਾਂ ਵੈਸੇ ਹੀ ਕੇਸ ਦੇ ਰੁਪਏ ਬਣਾਉਣ ਲਈ ਤੁਸੀਂ ਕੋਈ ਕੇਸ ਦਰਜ ਕਰਦੇ ਹੋ ਤਾਂ ਉਸ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਫੇਕ ਕਾਲ ਹੈ, ਤਾਂ ਉਸ ਦਾ ਕੋਈ ਵੀ CSE ਵੱਲੋਂ ਜੋ ਵੀ ਨਿਯਮਾਂ ਦੇ ਮੁਤਾਬਿਕ ਐਕਸ਼ਨ ਆ ਉਹ ਲਿਆ ਜਾ ਸਕਦਾ ਹੈ। ਸੋ ਤੁਹਾਨੂੰ ਧਿਆਨ ਰਵੇ, ਇਹ ਪ੍ਰੋਪਰ ਸਹੀ ਤਰੀਕੇ ਨਾਲ ਕੰਮ ਕਰੋਗੇ ਤਾਂ ਸਹੀ ਤਰੀਕੇ ਨਾਲ ਤੁਹਾਡੀ ਜਿਹੜੀ ਰੈਗੂਲਰ ਮੰਥਲੀ ਕਮਾਈ ਆ ਉਹ ਟੈਲੀ ਲਾ ਪ੍ਰੋਜੈਕਟ ਦੇ ਜ਼ਰੀਏ ਤੁਸੀਂ ਕਮਾ ਸਕਦੇ ਹੋ। ਥੈਂਕ ਯੂ ਵੈਰੀ ਮੱਚ ਜੀ।